परमेश्वर की हज़ूरी विच बैठे सारे भैन भरावां नूं प्यार भरी जय मसीह दी। अज आपां सवेर दे समय विच परमेश्वर जी की हज़ूरी विच इकट्ठे होए हां। आओ अज दे खास दिन दे विच परमेश्वर जी की किरपा नूं पाउण दे लई परमेश्वर दे अगे प्रार्थना करिए। हालेलुया हालेलुया हालेलुया। धन्नवाद 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 पिता परमेश्वर। सर्वशक्तिमान पिता तुहाडा धन्नवाद करदे हां, तुहाडा शुकर करदे मेरे प्रभु जी कि रात भर तुसीं सानूं संभाल के रखिया। पिता असीं अपने दिन के हर एक पल नूं तुहाडे ताकत हत्थां विच सौंपदे हां। असीं विश्वास करदे हां कि दिन के वेले भी तुसीं सानूं संभाल के रखोगे। पिता तुहाडा धन्नवाद करदे हां कि तुसीं सानूं जीवतां दी धरती उत्ते जीवित रखिया मेरे पिता। अपनी आशीष दे नाल अपनी तंदुरुस्ती दे नाल तुसीं सानूं भरिया। प्रभु जी असीं अज दे दिन दे विच अपने दिन की शुरुआत तुहाडे पाक वचन दे नाल करन जा रहे मेरे प्रभु जी। साडी मदद करना कि तुहाडा दित्ता होया अज दा इह खास वचन साडे हिरदिਆਂ ਦੇ अंदर जमा हो जाए। हर कोई भी शैतान की शक्ति इस वचन नूं साडे कोलों चुरा ना पावे। असीं ये मंगदे हां साडे प्रभु यीशु मसीह जी दे नाम विच आमीन। जिद्दां कि आपां सारे जानदे हां कि अज गुड फ्राइडे आ और आपां देखांगे कि गुड फ्राइडे हुंदा की आ और अज दे दिन दे विच परमेश्वर जी ने की खास काम कीता सी या फिर की खास आपां नूं संदेश दित्ता सीगा, वो अज आपां परमेश्वर दे वचन विचों जाणांगे। जिवें आपां कल शाम की प्रार्थना विच जाणिआ परमेश्वर दे ही किसी चेले ने उन्हां नूं किसी सरदार याजकां दे हवाले कर दिता और बाद विच उन्हां दे उत्ते दोष लगाए गए, झूठे गवाह खड़े किए गए जिन्हां ने झूठियां गवाहियां दे के प्रभु जी दे उत्ते की दोष लगाए। और ये सब कुछ जो अदालत विच पेश किया गया तो उन्होंने अपनी बेगुनाही का सबूत देने के लिए कुछ भी नहीं बोले। वो इसलिए नहीं बोले क्योंकि उन्होंने पता सीगा कि जो लिखतां लिखियां होईयां ने उन्हां दा पूरा होना जरूरी आ। और सरदार याचकां दे प्रधान ने की किया, यीशु मसीह जी नूं कह दिता कि यह मारे जाण दे लायक आ। और उस तो बाद आपां देखांगे अज दे दिन विच की होया, वो जानने के लिए आपां पढ़ांगे मत्ती 27 ਉਹਦੀ 1 और 2 आयत नूं। जद सवेर हुई ਅਤੇ ਸਾਰੇ ਪ੍ਰਧਾਨ याचकां ਅਤੇ ਬਜ਼ੁਰਗਾਂ ਨੇ ਯीशु ਦੇ ਵਿਰੁੱਧ ਮਤਾ ਪਕਾਇਆ ਜੋ ਉਸ ਨੂੰ ਜਾਨੋਂ ਮਾਰ ਸੁੱਟੀਏ ਅਤੇ ਉਸ ਨੂੰ ਬੰਨ੍ਹ ਕੇ ਲੈ ਗਏ और पिलातुस ਦੇ ਹਵਾਲੇ ਕਰ ਦਿੱਤਾ। ਹਾਲੇਲੂਇਆ। ਜਿਹੜੇ ਉਸ ਟਾਈਮ ਦੇ याचक ਸੀਗੇ, ਧਰਮੀ ਲੋਕ ਸੀਗੇ, ਆਪਣੇ ਆਪ ਨੂੰ ਧਰਮੀ ਕਹਿਣ ਵਾਲੇ ਲੋਕ ਸੀਗੇ, ਉਹਨਾਂ ਨੇ ਕੀ ਕੀਤਾ ਕਿ ਯੀਸ਼ੂ ਨੂੰ ਜਾਨੋਂ ਮਾਰਨਾ ਚਾਹੁੰਦੇ ਸੀ ਅਤੇ ਉਹਨਾਂ ਨੇ ਉਸ ਚੀਜ਼ ਦੇ ਲਈ ਆਪਸ ਵਿੱਚ ਪਲੈਨਿੰਗ ਸ਼ੁਰੂ ਕੀਤੀਆਂ ਅਤੇ ਉਹਨਾਂ ਨੂੰ ਬੰਨ੍ਹ ਕੇ ਪਿਲਾਤੁਸ ਦੇ ਕੋਲ ਰਹਿ ਗਏ ਉਸ ਟਾਈਮ। ਨੈਕਸਟ ਆਪਾਂ ਵਚਨ 'ਚ ਦੇਖਾਂਗੇ ਮਤੀ 27 ਉਹਦੀ 3, 4 ਔਰ 5 ਆਇਤ ਨੂੰ। ਤਦ ਯਹੂਦਾ ਜੀ ਨੇ ਉਸ ਨੂੰ ਫੜਵਾਇਆ ਸੀ, ਇਹ ਵੇਖ ਕੇ ਜੋ ਉਸ 'ਤੇ ਸਜ਼ਾ ਦਾ ਹੁਕਮ ਹੋਇਆ ਹੈ ਪਛਤਾਇਆ ਅਤੇ ਉਹ 30 ਰੁਪਏ ਪ੍ਰਧਾਨ याचक ਬਜ਼ੁਰਗਾਂ ਕੋਲ ਮੋੜ ਆਇਆ ਔਰ ਬੋਲਿਆ, ਮੈਂ ਪਾਪ ਕੀਤਾ ਜੋ ਨਿਰਦੋਸ਼ ਜਿੰਦ ਨੂੰ ਫੜਵਾ ਦਿੱਤਾ। ਉਹ ਬੋਲੇ, ਸਾਨੂੰ ਕੀ, ਤੂੰ ਹੀ ਜਾਣ। ਔਰ ਉਹ ਉਹਨਾਂ ਰੁਪਇਆਂ ਨੂੰ ਲੈ ਕੇ ਹੈਕਲ ਵਿੱਚ ਸੁੱਟ ਕੇ ਔਰ ਜਾ ਕੇ ਫਾਹਾ ਲੈ ਲਿਆ। ਉਹਨੇ ਹੈਕਲ ਵਿੱਚ ਸਿੱਟ ਕੇ ਚਲਾ ਗਿਆ ਉਹਨਾਂ ਪੈਸਿਆਂ ਨੂੰ ਔਰ ਜਾ ਕੇ ਉਹਨੇ ਫਾਹਾ ਲੈ ਲਿਆ। ਇਸ ਵਚਨ ਤੋਂ ਦੇਖੋ ਆਪਾਂ ਨੂੰ ਕਿੰਨੀ ਵੱਡੀ ਸਿੱਖਿਆ ਮਿਲਦੀ ਆ ਕਿ ਜਿਹੜਾ ਯਹੂਦਾ ਸੀਗਾ ਜਿਹਨੇ ਉਹਨਾਂ ਲੋਕਾਂ ਦੇ ਨਾਲ ਰਲ ਕੇ ਪਾਪ ਕੀਤਾ, ਪ੍ਰਧਾਨ याचकां ਦੇ ਨਾਲ ਬਜ਼ੁਰਗਾਂ ਦੇ ਨਾਲ ਰਲ ਕੇ ਕੀ ਪਾਪ ਕੀਤਾ। ਉਹਨਾਂ ਨੇ ਆਪਣੇ ਇੱਕ ਉਸ ਟਾਈਮ ਉਹ ਆਪਣੇ ਯੀਸ਼ੂ ਮਸੀਹ ਜੀ ਨੂੰ ਕੀ ਕਹਿੰਦੇ ਸੀ, ਗੁਰੂ ਜੀ ਕਹਿੰਦੇ ਸੀ। ਚੇਲੇ ਨੇ ਕੀ ਕੀਤਾ, ਕਿਸੇ ਹੋਰ ਦੇ ਨਾਲ ਬੇਗਾਨਿਆਂ ਦੇ ਨਾਲ ਮਤਾ ਪਕਾ ਕੇ ਆਪਣੇ ਗੁਰੂ ਨੂੰ ਫੜਵਾ ਦਿੱਤਾ ਕੁਛ ਪੈਸਿਆਂ ਦੇ ਲਈ। ਔਰ ਬਾਅਦ ਵਿੱਚ ਜਦੋਂ ਉਹਨੂੰ ਪਛਤਾਵਾ ਹੋਇਆ ਤਾਂ ਉਹ ਜਿਨ੍ਹਾਂ ਦੇ ਨਾਲ ਰਲਿਆ ਹੋਇਆ ਸੀ ਉਹਨਾਂ ਨੇ ਵੀ ਉਹਦਾ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ। ਇੱਥੋਂ ਆਪਾਂ ਨੂੰ ਵੀ ਇਹ ਨੌਲੇਜ ਲੈਣੀ ਚਾਹੀਦੀ ਆ ਕਿ ਜਦੋਂ ਆਪਾਂ ਕਿਸੇ ਦੇ ਨਾਲ ਰਲ ਕੇ ਗਲਤ ਕੰਮ ਕਰਦੇ ਆ ਨਾ, ਔਰ ਜਦੋਂ ਆਪਣੇ 'ਤੇ ਉਹ ਬੁਰਾਈ ਆਪਣੇ 'ਤੇ ਹਾਵੀ ਹੁੰਦੀ ਆ ਅਤੇ ਉਦੋਂ ਉਹ ਲੋਕ ਵੀ ਆਪਣਾ ਕੀ ਸਾਥ ਛੱਡ ਦਿੰਦੇ ਆ ਕਿ ਆਪਾਂ ਨੂੰ ਗਲਤ ਕੰਮ ਵਿੱਚ ਪਾਉਣ ਵਾਲੇ ਬਹੁਤ ਹੁੰਦੇ ਆ ਪਰ ਉਹਦੇ ਵਿੱਚੋਂ ਬਚਾਉਣ ਵਾਲਾ ਕੋਈ ਨਹੀਂ ਹੁੰਦਾ। ਇਸ ਧਰਤੀ ਦੇ ਉੱਤੇ ਉਹਨੂੰ ਬਚਾਉਣ, ਉਸ ਕੰਮ ਵਿੱਚੋਂ ਆਪਾਂ ਨੂੰ ਕੱਢਣ ਵਾਲਾ ਕੋਈ ਨਹੀਂ ਹੁੰਦਾ। ਹਰ ਕੋਈ ਆਪਾਂ ਨੂੰ ਕੀ ਆ, ਪੁੱਠੀ ਮੱਤ ਤਾਂ ਦੇ ਸਕਦਾ ਆ ਪਰ ਕੋਈ ਸਹੀ ਰਾਹ ਦੇਣ ਵਾਲਾ ਨਹੀਂ ਹੁੰਦਾ। ਔਰ ਸਹੀ ਰਸਤਾ ਆਪਾਂ ਨੂੰ ਪਰਮੇਸ਼ਰ ਜੀ ਦਾ ਵਚਨ ਦਿਖਾਉਂਦਾ ਆ। ਦੇਖੋ ਉਹਨੇ ਪੈਸੇ ਵੀ ਉੱਥੇ ਸਿੱਟ ਕੇ ਔਰ ਜਾ ਕੇ ਉਹਨੇ ਕੀ ਫਾਹਾ ਲੈ ਲਿਆ। ਉਹ ਚਾਹੁੰਦਾ ਸੀ ਕਿ ਮੈਂ ਪਛਤਾਵਾ ਕਰਾਂ ਪਰ ਉਹਦੇ ਤੋਂ ਹੋਇਆ ਨਹੀਂ ਕਿਉਂਕਿ ਹਰ ਇੱਕ ਚੀਜ਼ ਦਾ ਇੱਕ ਸਮਾਂ ਹੁੰਦਾ ਆ ਔਰ ਉਹਦਾ ਸਮਾਂ ਕੀ ਖਤਮ ਹੋ ਚੁੱਕਿਆ ਸੀ। ਭਾਵੇਂ ਉਹਨੇ ਜੋ ਕੁਛ ਵੀ ਕੀਤਾ ਪਰਮੇਸ਼ਰ ਦੀ ਮਰਜ਼ੀ ਦੇ ਹਿਸਾਬ ਨਾਲ ਕੀਤਾ ਕਿਉਂਕਿ ਉਹ ਲਿਖਤਾਂ ਕਿਸੇ ਨਾ ਕਿਸੇ ਦੁਆਰਾ ਤਾਂ ਪੂਰੀਆਂ ਹੋਣੀਆਂ ਹੀ ਸੀ। ਯਹੂਦਾ ਨਾਮ ਹੀ ਹੁੰਦਾ ਤਾਂ ਵੀ ਹੋਣੀਆਂ ਹੀ ਸੀ। ਪਰ ਫਿਰ ਵੀ ਉਸ ਇਨਸਾਨ ਨੂੰ ਪਛਤਾਵਾ ਹੋਇਆ ਕਿ ਮੈਂ ਇਹ ਕੀ ਕੀਤਾ ਔਰ ਉਹਨੇ ਜਾ ਕੇ ਫਾਹਾ ਲੈ ਲਿਆ। ਹੋ ਸਕਦਾ ਸੀ ਕਿ ਉਹ ਪਰਮੇਸ਼ਰ ਦੇ ਵਿਰੁੱਧ ਨਾ ਜਾਂਦਾ, ਹੋ ਸਕਦਾ ਸੀ ਕਿ ਉਹ ਹਮੇਸ਼ਾ ਜ਼ਿੰਦਗੀ 'ਚ ਖੁਸ਼ ਰਹਿੰਦਾ,
ਔਰ ਪਰਮੇਸ਼ਰ ਦੇ ਨਾਲ ਰਹਿ ਕੇ ਉਹ ਇੱਕ ਅੱਛੀ ਸਿੱਖਿਆ ਨੂੰ ਪ੍ਰਾਪਤ ਕਰਦਾ, ਪ੍ਰਭੂ ਜੀ ਦਾ ਇੱਕ ਅੱਛਾ ਚੇਲਾ ਸਾਬਿਤ ਹੁੰਦਾ। ਪਰ ਨਹੀਂ ਹੋ ਸਕਿਆ ਕਿਉਂਕਿ ਉਹਦੇ ਕੋਲ ਟਾਈਮ ਸੀ ਜਿਹੜਾ ਉਹਨੇ ਵੇਸਟ ਕਰ ਲਿਆ ਸੀ। ਹਰ ਇੱਕ ਚੀਜ਼ ਦਾ ਇੱਕ ਟਾਈਮ ਹੁੰਦਾ ਆ, ਪਰ ਜਦੋਂ ਆਪਾਂ ਉਸ ਟਾਈਮ ਨੂੰ ਵੇਸਟ ਕਰ ਲੈਂਦੇ ਉਸ ਤੋਂ ਬਾਅਦ ਆਪਣੀ ਜ਼ਿੰਦਗੀ ਨਾਸ਼ ਹੋ ਜਾਂਦੀ, ਜਿਵੇਂ ਯਹੂਦਾ ਦੀ ਹੋ ਗਈ। ਔਰ ਉਹਨਾਂ ਪੈਸਿਆਂ ਦਾ ਉਹਨਾਂ ਨੇ ਕੀ ਕੀਤਾ ਆਪਾਂ ਦੇਖਾਂਗੇ ਮਤੀ 27 ਉਹਦੀ 6, 7 ਔਰ 8 ਆਇਤ ਨੂੰ। ਅਤੇ ਉਹਨਾਂ ਪ੍ਰਧਾਨ ਯਾਜਕਾਂ ਨੇ ਉਹ ਰੁਪਏ ਲੈ ਕੇ ਆਖਿਆ, ਜੋ ਇਹਨਾਂ ਨੂੰ ਖਜ਼ਾਨੇ ਵਿੱਚ ਪਾਉਣ ਯੋਗ ਨਹੀਂ, ਕਿਉਂ ਜੋ ਲਹੂ ਦਾ ਮੁੱਲ ਹੈ। ਅਤੇ ਉਹਨਾਂ ਮਤਾ ਕਰਕੇ ਉਹਨਾਂ ਨਾਲ ਇੱਕ ਕੁਮਹਾਰ ਦਾ ਖੇਤ ਲਿਆ, ਜਿਹੜਾ ਪਰਦੇਸੀਆਂ ਦੇ ਦੱਬਣ ਦੇ ਲਈ ਮੁੱਲ ਲਿਆ। ਇਸ ਕਰਕੇ ਉਹ ਖੇਤ ਅੱਜ ਵੀ ਲਹੂ ਦਾ ਖੇਤ ਕਹਾਉਂਦਾ ਆ। ਕਿ ਦੇਖੋ, ਇੱਕ ਪਾਪ ਦੀ ਕਮਾਈ ਹੁੰਦੀ ਨਾ ਜਿਹੜੀ, ਉਹ ਪਰਮੇਸ਼ਰ ਦੇ ਖਜ਼ਾਨੇ ਵਿੱਚ ਨਹੀਂ ਪੈ ਸਕਦੀ। ਇਹ ਬੁਰੇ ਲੋਕ ਵੀ ਜਾਣਦੇ ਆ। ਜਿਹੜੇ ਪ੍ਰਧਾਨ ਯਾਜਕ ਸੀ ਉਹ ਖੁਦ ਬੁਰੇ ਸੀ, ਉਹਨਾਂ ਦੇ ਦਿਲ 'ਚ ਬਹੁਤ ਸਾਰੀਆਂ ਬੁਰਾਈਆਂ ਸੀ, ਪਰ ਇੰਨੀ ਕੁ ਤਾਂ ਸਮਝ ਉਹਨਾਂ ਨੂੰ ਵੀ ਸੀ ਕਿ ਜਿਹੜੀ ਪਾਪ ਦੀ ਕਮਾਈ ਹੈ ਨਾ, ਉਹ ਪਰਮੇਸ਼ਰ ਦੇ ਖਜ਼ਾਨੇ ਵਿੱਚ ਨਹੀਂ ਪੈ ਸਕਦੀ। ਇਸ ਲਈ ਜਦੋਂ ਕਦੇ ਵੀ ਆਪਾਂ ਪਰਮੇਸ਼ਰ ਦੇ ਭਵਨ ਦੇ ਵਿੱਚ ਸੇਵਾ ਲੈ ਕੇ ਆਉਂਦੇ ਹਾਂ, ਆਪਣੇ ਬੀਜ ਨੂੰ ਲੈ ਕੇ ਆਉਂਦੇ ਹਾਂ, ਅਤੇ ਆਪਾਂ ਨੂੰ ਆਪਣੇ ਅੰਦਰ ਝਾਤ ਮਾਰ ਕੇ ਉਸ ਚੀਜ਼ ਨੂੰ ਜਾਣਨ ਦੇ ਲਈ ਬਹੁਤ ਜ਼ਰੂਰਤ ਆ ਕਿ ਉਹ ਕਮਾਈ ਹੈ ਜਿਹੜੀ, ਉਹ ਪੈਸੇ ਆ ਜਿਹੜੇ, ਉਹ ਕਿਸ ਚੀਜ਼ ਤੋਂ ਆਏ ਆ। ਕਿਤੇ ਉਹ ਪਾਪ ਤੋਂ ਤਾਂ ਨਹੀਂ ਆਏ, ਕਿਉਂਕਿ ਜਿਹੜੀ ਪਾਪ ਦੀ ਕਮਾਈ ਹੁੰਦੀ ਨਾ, ਉਹਦੇ ਤੋਂ ਪਰਮੇਸ਼ਰ ਨੂੰ ਘਿਣ ਆਉਂਦੀ ਆ। ਉਹਨਾਂ ਨੂੰ ਗੁੱਸਾ ਆਉਂਦਾ ਹੈ ਕਿ ਪਾਪ ਦੀ ਕਮਾਈ ਮੇਰੇ ਭਵਨ ਵਿੱਚ ਲੈ ਕੇ ਆਉਂਦੇ ਆ। ਇਸ ਲਈ ਜਦ ਕਦੇ ਵੀ ਆਪਾਂ ਪਰਮੇਸ਼ਰ ਦੇ ਭਵਨ ਵਿੱਚ ਦਾਨ ਕਰਨਾ ਹੈ ਨਾ, ਅਤੇ ਕੋਸ਼ਿਸ਼ ਕਰਨੀ ਕਿ ਉਹ ਆਪਣੀ ਹੱਕ ਦੀ, ਆਪਣੀ ਮਿਹਨਤ ਦੀ ਕਮਾਈ ਹੋਵੇ। ਗਲਤ ਤਰੀਕੇ ਨਾਲ ਕਮਾਏ ਹੋਇਆ ਧਨ ਕਦੇ ਵੀ ਪਰਮੇਸ਼ਰ ਦੇ ਭਵਨ ਵਿੱਚ ਕਬੂਲ ਨਹੀਂ ਹੁੰਦਾ। ਇਸ ਲਈ ਆਪਾਂ ਨੂੰ ਆਪਣੀ ਕਮਾਈ ਵੱਲ ਸਿਰਫ ਇਹ ਜ਼ਰੂਰੀ ਨਹੀਂ ਹੁੰਦਾ ਕਿ ਪਰਮੇਸ਼ਰ ਦੇ ਭਵਨ ਵਿੱਚ ਦਾਨ ਲੈ ਕੇ ਜਾਣੇ ਆ, ਉਹ ਦਾਨ ਆਪਾਂ ਕਿੱਦਾਂ ਕਮਾਇਆ ਇਹ ਵੀ ਬਹੁਤ ਜ਼ਰੂਰੀ ਆ। ਨੈਕਸਟ ਆਪਾਂ ਦੇਖਾਂਗੇ ਮਤੀ 27 ਉਹਦੀ 12, 13 ਔਰ 14 ਆਇਤ ਨੂੰ। ਜਦ ਪ੍ਰਧਾਨ ਯਾਜਕ ਔਰ ਬਜ਼ੁਰਗ ਉਸ ਉੱਤੇ ਦੋਸ਼ ਲਾਉਂਦੇ ਸਨ, ਉਹ ਕੁਝ ਜਵਾਬ ਨਹੀਂ ਸੀ ਦਿੰਦਾ। ਤਦ ਪਿਲਾਤੁਸ ਨੇ ਉਹਨੂੰ ਕਿਹਾ, ਤੂੰ ਸੁਣਦਾ ਨਹੀਂ ਜੋ ਇਹ ਤੇਰੇ ਵਿਰੁੱਧ ਕਿੰਨੀਆਂ ਗਵਾਹੀਆਂ ਦਿੰਦੇ ਹਨ? ਪਰ ਉਸ ਉਹਨੂੰ ਇੱਕ ਗੱਲ ਦਾ ਜਵਾਬ ਨਾ ਦਿੱਤਾ, ਇੱਥੋਂ ਤੀਕ ਜੋ ਹਾਕਮ ਨੇ ਬਹੁਤ ਅਚਰਜ ਮੰਨਿਆ। ਹਾਲੇਲੂਇਆ। ਦੇਖੋ, ਇਸ ਵਚਨ 'ਚ ਆਪਾਂ ਨੂੰ ਇਹ ਵੀ ਸਿੱਖਣ ਨੂੰ ਮਿਲਦਾ ਆ ਕਿ ਚਾਹੇ ਆਪਣੇ ਮਨ 'ਚ ਕੁਛ ਵੀ ਕਿਉਂ ਨਾ ਹੋਵੇ, ਚਾਹੇ ਆਪਾਂ ਨਿਰਦੋਸ਼ ਹੀ ਕਿਉਂ ਨਾ ਹੋਈਏ, ਪਰ ਜਿੱਥੇ ਆਪਣੇ ਪਿਤਾ ਦੀ ਮਰਜ਼ੀ, ਉਸ ਮਰਜ਼ੀ ਨੂੰ ਪੂਰਾ ਕਰਨ ਦੇ ਲਈ ਆਪਾਂ ਨੂੰ ਉਹਨਾਂ ਸਾਰੇ ਦੋਸ਼ਾਂ ਨੂੰ ਵੀ ਕਬੂਲ ਕਰਨਾ ਪਊਗਾ। ਇਸ ਵਚਨ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਪ੍ਰਭੂ ਜੀ ਨੇ ਕੀ ਕੀਤਾ, ਕੁਛ ਵੀ ਨਹੀਂ ਬੋਲੇ ਉਹਨਾਂ ਦੇ ਖਿਲਾਫ, ਜਦ ਕਿ ਉਹਨਾਂ ਨੂੰ ਪਤਾ ਸੀ ਕਿ ਉਹ ਨਿਰਦੋਸ਼ ਆ। ਉਹ ਚਾਹੁੰਦੇ ਤਾਂ ਆਪਣੇ ਆਪ ਨੂੰ ਨਿਰਦੋਸ਼ ਸਾਬਿਤ ਕਰ ਸਕਦੇ ਸੀ, ਉਹਨਾਂ ਕੋਲ ਇਖਤਿਆਰ ਸੀ, ਔਰ ਉਹਨਾਂ ਕੋਲ ਐਸਾ ਇਖਤਿਆਰ ਸੀਗਾ ਕਿ ਉਹਨਾਂ ਦੇ ਸਾਹਮਣੇ ਕੋਈ ਵੀ ਪ੍ਰਧਾਨ ਯਾਜਕ ਟਿਕ ਨਹੀਂ ਸੀ ਸਕਦਾ। ਪਰ ਉਹਨਾਂ ਫਿਰ ਵੀ ਇਹਨਾਂ ਗੱਲਾਂ ਦੇ ਉੱਤੇ ਚੁੱਪ ਰਹੇ, ਉਹਨਾਂ ਨੇ ਕੋਈ ਹਾਂ ਨਾ ਨਹੀਂ ਕੀਤੀ, ਔਰ ਉਹਨਾਂ ਨੇ ਉਹ ਸਾਰੇ ਗੁਨਾਹ ਸੀ ਕਬੂਲ ਕਰ ਲਏ ਜਿਹੜੇ ਉਹਨਾਂ ਨੇ ਕੀਤੇ ਹੀ ਨਹੀਂ ਸੀ। ਫਿਰ ਉਸ ਤੋਂ ਬਾਅਦ ਕੀ ਹੋਇਆ, ਉਸ ਦਿਨ ਤਿਉਹਾਰ ਸੀਗਾ ਕੋਈ, ਜਿਹਦੇ ਉੱਤੇ ਕੀ ਸੀਗਾ, ਪ੍ਰਧਾਨ ਯਾਜਕ ਜਾਂ ਫਿਰ ਜਿਹੜਾ ਕੋਈ ਵੀ ਸੀਗਾ, ਆਪਾਂ ਕਹਿ ਦਿੰਦੇ ਹਾਂ ਰਾਜਾ ਹੁੰਦਾ ਆ, ਉਹ ਰਾਜਾ ਕੀ ਆ, ਇੱਕ ਕੈਦੀ ਨੂੰ ਛੱਡਦਾ ਹੁੰਦਾ ਸੀਗਾ। ਕਿ ਇੱਕ ਗੁਨਾਹਗਾਰ ਜਿਹੜਾ ਉਹਨਾਂ ਨੇ ਪਹਿਲਾਂ ਕਿਸੇ ਵਜ੍ਹਾ ਕਰਕੇ ਕੈਦ ਕੀਤਾ ਹੁੰਦਾ ਸੀ, ਉਹਨਾਂ ਨੂੰ ਛੱਡਦਾ ਹੁੰਦਾ ਸੀ। ਅਤੇ ਉਹਨਾਂ ਨੇ ਜਦੋਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕੀ ਚਾਹੁੰਦੇ ਹੋ, ਕਿ ਮਸੀਹ ਨੂੰ ਮੈਂ ਛੱਡਾਂ ਜਾਂ ਫਿਰ ਉਸ ਟਾਈਮ ਇੱਕ ਉਹਨਾਂ ਕੋਲ ਕੈਦੀ ਸੀ ਜਿਹਦਾ ਨਾਮ ਬਰੱਬਾ ਸੀਗਾ, ਕਿ ਮੈਂ ਉਹਨਾਂ ਨੂੰ ਛੱਡਾਂ। ਅਤੇ ਆਪਾਂ ਦੇਖਾਂਗੇ ਉਹਨਾਂ ਨੇ ਕਿਹਨੂੰ ਚੂਜ਼ ਕੀਤਾ, ਆਪਾਂ ਉਹ ਜਾਣਨ ਦੇ ਲਈ ਪੜ੍ਹਾਂਗੇ ਮਤੀ 27 ਉਹਦੀ 20, 21, 22 ਔਰ 23 ਆਇਤ ਨੂੰ। ਪਰ ਪ੍ਰਧਾਨ ਯਾਜਕਾਂ ਅਤੇ ਬਜ਼ੁਰਗਾਂ ਨੇ ਲੋਕਾਂ ਨੂੰ ਉਭਾਰਿਆ, ਜੋ ਬਰੱਬਾ ਨੂੰ ਮੰਗੋ ਅਤੇ ਯਿਸੂ ਦਾ ਨਾਸ਼ ਕਰੋ। ਫਿਰ ਹਾਕਮ ਨੇ ਅੱਗੋਂ ਉਹਨਾਂ ਨੂੰ ਆਖਿਆ, ਤੁਸੀਂ ਦੋਹਾਂ ਵਿੱਚੋਂ ਕਿਹਨੂੰ ਚਾਹੁੰਦੇ ਹੋ ਜੋ ਮੈਂ ਤੁਹਾਡੀ ਖਾਤਰ ਛੱਡ ਦਿਆਂ? ਉਹ ਬੋਲੇ, ਬਰੱਬਾ ਨੂੰ। ਪਿਲਾਤੁਸ ਨੇ ਉਹਨਾਂ ਨੂੰ ਕਿਹਾ, ਫਿਰ ਯਿਸੂ ਨੂੰ ਜਿਹੜਾ ਮਸੀਹ ਕਹਾਉਂਦਾ ਹੈ ਮੈਂ ਕੀ ਕਰਾਂ? ਉਹ ਸਭੇ ਬੋਲੇ, ਸਲੀਬ ਦਿਓ। ਪਰ ਉਸਨੇ ਆਖਿਆ, ਉਹਨੇ ਕੀ ਬੁਰਾਈ ਕੀਤੀ ਹੈ? ਪਰ ਉਹਨਾਂ ਨੇ ਹੋਰ ਵੀ ਡੰਡ ਪਾ ਕੇ ਆਖਿਆ, ਇਹਨੂੰ ਸਲੀਬ ਦਿਓ। ਹਾਲੇਲੂਇਆ। ਉਸ ਟਾਈਮ ਦੇ ਲੋਕ ਇੰਨੇ ਕੁ ਜ਼ਿਆਦਾ ਅਧਰਮੀ ਸੀ, ਇੰਨੇ ਕੁ ਜ਼ਿਆਦਾ ਬੁਰਾਈ ਨਾਲ, ਪਾਪ ਨਾਲ ਭਰੇ ਹੋਏ ਸੀਗੇ ਕਿ ਭਾਵੇਂ ਉਹਨਾਂ ਨੂੰ ਪਤਾ ਸੀਗਾ ਕਿ ਯਿਸੂ ਮਸੀਹ ਨੇ ਲੱਖਾਂ ਲੋਕਾਂ ਨੂੰ ਪ੍ਰਚਾਰ ਕੀਤਾ, ਲੱਖਾਂ ਲੋਕਾਂ ਨੂੰ ਛੂਹ ਕੇ ਚੰਗਾ ਕੀਤਾ, ਔਰ ਕਿੰਨੇ ਬਿਮਾਰਾਂ ਨੂੰ, ਕਿੰਨੇ ਦੁਖੀਆਂ ਨੂੰ ਉਹਨਾਂ ਨੇ ਠੀਕ ਕੀਤਾ, ਪਰ ਫਿਰ ਵੀ ਕੀ ਆ, ਉਸ ਚੀਜ਼ ਤੋਂ ਅੱਖਾਂ ਬੰਦ ਕਰਕੇ ਬੈਠੇ ਹੋਏ ਸੀਗੇ। ਔਰ ਇੱਕ ਡਾਕੂ ਨੂੰ, ਇੱਕ ਬੁਰਿਆਰੇ ਨੂੰ, ਇੱਕ ਪਾਪੀ ਨੂੰ, ਜਿਹਨੂੰ ਪਹਿਲਾਂ ਕਿਸੇ ਪਾਪ ਦੇ ਕਰਕੇ ਫੜਿਆ ਗਿਆ ਸੀਗਾ, ਉਹਨੂੰ ਛਡਾਉਣ ਨੂੰ ਤਿਆਰ ਸੀਗੇ। ਪਰ ਇੱਕ ਪ੍ਰਭੂ ਨੂੰ,
ਜਿਨ੍ਹਾਂ ਨੇ ਕਦੇ ਕਿਸੇ ਦਾ ਬੁਰਾ ਨਹੀਂ ਸੀ ਕੀਤਾ, ਜਦ ਕਿ ਉਹ ਵੀ ਜਾਣਦੇ ਸੀਗੇ ਕਿ ਇਹਨਾਂ ਨੇ ਕਿਸੇ ਦਾ ਬੁਰਾ ਨਹੀਂ ਕੀਤਾ, ਔਰ ਉਹਨਾਂ ਨੂੰ ਕੀ ਕਹਿੰਦੇ ਸੀ, ਸਲੀਬ ਦੇ ਦਿਓ। ਪਰ ਫਿਰ ਜਦੋਂ ਰਾਜੇ ਨੇ ਇਹ ਗੱਲ ਕਹੀ ਕਿ ਇਹ ਤਾਂ ਨਿਰਦੋਸ਼ ਆ, ਮੈਂ ਇਹ ਕੰਮ ਨਹੀਂ ਕਰ ਸਕਦਾ, ਇਹਦੇ ਖੂਨ ਦਾ ਦੋਸ਼ ਮੇਰੇ ਸਿਰ 'ਤੇ ਨਹੀਂ ਆਊਗਾ, ਅਤੇ ਦੇਖੋ ਉਹਨਾਂ ਨੂੰ ਕਿੰਨਾ ਜ਼ਿਆਦਾ ਭੜਕਾਇਆ ਗਿਆ ਸੀਗਾ, ਕਿੰਨਾ ਜ਼ਿਆਦਾ ਭਰਮ ਵਿੱਚ ਪਾਇਆ ਹੋਇਆ ਸੀ ਪ੍ਰਧਾਨ ਯਾਜਕਾਂ ਨੇ। ਤਾਂ ਦੇਖਦੇ ਆਪਾਂ ਉਹਨਾਂ ਨੇ ਇਸ ਗੱਲ ਤੋਂ ਬਾਅਦ ਕੀ ਉੱਤਰ ਦਿੱਤਾ ਰਾਜੇ ਨੂੰ। ਮਤੀ 27 ਉਹਦੀ 25 ਔਰ 26 ਆਇਤ ਨੂੰ, ਅਤੇ ਸਾਰੇ ਲੋਕਾਂ ਨੇ ਉੱਤਰ ਦਿੱਤਾ, ਉਹਦਾ ਲਹੂ ਸਾਡੇ ਉੱਤੇ ਔਰ ਸਾਡੀ ਔਲਾਦ ਉੱਤੇ ਆਵੇ। ਤਦ ਉਸਨੇ ਬਰੱਬਾ ਨੂੰ ਉਹਨਾਂ ਦੀ ਖਾਤਰ ਛੱਡ ਦਿੱਤਾ, ਪਰ ਯਿਸੂ ਨੂੰ ਕੋਰੜੇ ਮਾਰ ਕੇ ਸਲੀਬ ਉੱਤੇ ਚੜਾਉਣ ਲਈ ਹਵਾਲੇ ਕਰ ਦਿੱਤਾ। ਹਾਲੇਲੂਇਆ। ਇੰਨੇ ਕੁ ਜ਼ਿਆਦਾ ਬੁਰੇ ਲੋਕ ਸੀ ਉਸ ਟਾਈਮ ਕਿ ਉਹਨਾਂ ਨੇ ਸਭ ਕੁਛ ਆਪਣੇ ਅੱਖੀਂ ਦੇਖਿਆ, ਸਾਰੀਆਂ ਚੰਗਿਆਈਆਂ ਨੂੰ, ਉਹਨਾਂ ਸਾਰੀਆਂ ਸ਼ਿਫਾ ਦੇ ਪ੍ਰਾਰਥਨਾਵਾਂ ਨੂੰ, ਔਰ ਉਹਨਾਂ ਛੁਟਕਾਰੇ ਦੇ ਲੋਕਾਂ ਨੂੰ, ਸਭ ਨੂੰ ਦੇਖਿਆ। ਔਰ ਉਹ ਸਭ ਦੇਖਣ ਤੋਂ ਬਾਅਦ ਵੀ ਉਹਨਾਂ ਨੇ ਕੀ ਕਿਹਾ ਕਿ ਅਗਰ ਇਹ ਨਿਰਦੋਸ਼ ਵੀ ਆ ਨਾ, ਤਾਂ ਇਹਦਾ ਲਹੂ ਦਾ ਦੋਸ਼ ਸਾਡੇ 'ਤੇ ਅਤੇ ਸਾਡੀਆਂ ਔਲਾਦਾਂ ਉੱਤੇ ਆ ਜਾਵੇ, ਪਰ ਇਹਨੂੰ ਤੁਸੀਂ ਕੀ ਹੈ, ਛੱਡਣਾ ਨਹੀਂ ਆ। ਉਸ ਡਾਕੂ ਨੂੰ ਛੱਡ ਦਿੱਤਾ, ਪਰ ਉਹ ਯਿਸੂ ਮਸੀਹ ਨੂੰ ਕੀ ਕੀਤਾ, ਉਹਨਾਂ ਨੇ ਕਿਹਾ ਕੋੜੇ ਮਾਰੇ ਗਏ, ਔਰ ਉਹਨੂੰ ਸਲੀਬ ਦੇਣ ਦੇ ਲਈ ਉਹਨਾਂ ਦੇ ਹਵਾਲੇ ਕਰ ਦਿੱਤਾ। ਉਹਨੂੰ ਕਿਹਾ ਵੀ ਕੁਛ ਵੀ ਹੋ ਜਾਵੇ, ਚਾਹੇ ਇਹਦੇ ਲਹੂ ਦਾ ਦੋਸ਼ ਸਾਡੇ ਉੱਤੇ ਕਿਉਂ ਨਾ ਆ ਜਾਵੇ, ਪਰ ਇਹਨੂੰ ਫਿਰ ਵੀ ਕੀ ਹੈ, ਸਲੀਬ ਦਿਓ। ਆਪਾਂ ਅੱਜ ਦੇ ਵਚਨ ਤੋਂ ਕੀ ਸਿੱਖਿਆ? ਪਹਿਲਾਂ ਤਾਂ ਇਹ ਕਿ ਜਦੋਂ ਆਪਣੇ 'ਤੇ ਮੁਸੀਬਤ ਹੁੰਦੀ ਆ ਨਾ, ਅਤੇ ਜਿਨ੍ਹਾਂ ਨੇ ਆਪਣੇ ਨਾਲ ਰਲ ਕੇ ਵੀ ਬੁਰਾਈਆਂ ਕੀਤੀਆਂ ਹੁੰਦੀਆਂ, ਉਹ ਵੀ ਆਪਣਾ ਸਾਥ ਛੱਡ ਜਾਂਦੇ ਆ। ਔਰ ਦੂਸਰਾ ਇਹ ਕਿ ਪਾਪ ਦੀ ਕਮਾਈ ਜਿਹੜੀ ਹੁੰਦੀ ਆ ਨਾ, ਉਹ ਇਨਸਾਨ ਨੂੰ ਮਰਨ ਤੀਕਰ ਵੀ ਮਜਬੂਰ ਕਰ ਦਿੰਦੀ ਆ। ਔਰ ਫਿਰ ਉਸ ਇਨਸਾਨ ਨੇ ਪਛਤਾਵਾ ਕੀਤਾ, ਪਰ ਉਹਦੇ ਕੋਲ ਟਾਈਮ ਨਹੀਂ ਸੀ। ਅਤੇ ਆਪਾਂ ਤੀਜਾ ਇਹ ਸਿੱਖਿਆ ਕਿ ਆਪਣੇ ਕੋਲ ਪਛਤਾਵਾ ਕਰਨ ਦੇ ਲਈ ਔਰ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਚੇਂਜ ਕਰਨ ਦੇ ਲਈ ਲਿਮਿਟਡ ਟਾਈਮ ਆ, ਔਰ ਉਹਨਾਂ ਕੋਲ ਤਾਂ ਹੋਣਾ ਹੀ ਕਿ ਆਪਣੇ ਕੋਲ ਵੀ ਇਸ ਟਾਈਮ ਨਹੀਂ ਹੈਗਾ, ਕਿਉਂਕਿ ਆਪਾਂ ਵਚਨ 'ਚ ਸੁਣਿਆ ਕਿ ਪ੍ਰਭੂ ਜੀ ਕੀ ਜਲਦੀ ਆ ਰਹੇ ਆ। ਔਰ ਲਾਸਟ ਆਪਾਂ ਕੀ ਸਿੱਖਿਆ ਕਿ ਜਿਹੜੇ ਪਾਪੀ ਲੋਕ ਹੁੰਦੇ ਆ ਨਾ, ਉਹ ਇੱਕ ਧਰਮੀ ਇਨਸਾਨ ਨੂੰ ਖ਼ਤਮ ਕਰਨ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਆ, ਪਰ ਜਿਹੜਾ ਪਰਮੇਸ਼ਰ ਆ ਨਾ, ਅਗਰ ਉਹਨਾਂ ਦੀ ਯੋਜਨਾ ਆਪਣੀ ਜ਼ਿੰਦਗੀ ਦੇ ਵਿੱਚ ਹੈ, ਔਰ ਅਗਰ ਉਹਨਾਂ ਨੇ ਆਪਣੇ ਲਈ ਕੋਈ ਸਪੈਸ਼ਲ ਪਲੈਨਿੰਗ ਕਰ ਰੱਖੀ ਆ, ਤਾਂ ਚਾਹੇ ਪਾਪੀ ਲੋਕ ਜੋ ਵੀ ਕਿਉਂ ਨਾ ਕਰ ਲੈਣ, ਤਾਂ ਪਰਮੇਸ਼ਰ ਨੇ ਅਗਰ ਆਪਾਂ ਨੂੰ ਉੱਚਾ ਕਰਨਾ ਨਾ, ਤਾਂ ਉਹਨਾਂ ਨੇ ਕਰ ਹੀ ਦੇਣਾ ਹੈ। ਕਿਉਂਕਿ ਪ੍ਰਭੂ ਜੀ ਨੂੰ ਬੇਸ਼ੱਕ ਸਲੀਬ ਦਿੱਤੀ ਗਈ, ਪਰ ਆਪਾਂ ਨੈਕਸਟ ਵਚਨ 'ਚ ਜਾਣਾਂਗੇ ਕਿ ਉਹਨਾਂ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿੰਨੇ ਵੱਡੇ ਕੰਮ ਕੀਤੇ। ਅਤੇ ਆਓ ਆਪਾਂ ਅੱਜ ਦੇ ਇਸ ਪਾਕ ਵਚਨ ਨੂੰ ਆਪਣੇ ਹਿਰਦੇ ਅੰਦਰ ਰੱਖਦੇ ਹੋਏ ਪਰਮੇਸ਼ਰ ਦੀ ਹਜ਼ੂਰੀ ਵਿੱਚ ਜਾਵਾਂਗੇ, ਔਰ ਪਰਮੇਸ਼ਰ ਦੇ ਦਾਸ ਸਾਡੇ ਲਈ ਪ੍ਰਾਰਥਨਾ ਕਰਨਗੇ। ਹਾਲੇਲੂਇਆ, 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 ਹਾਲੇਲੂਇਆ। ਪਿਤਾ ਜੀ ਤੁਹਾਡਾ ਧੰਨਵਾਦ, 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 ਧੰਨਵਾਦ ਮਹਾਨ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ। ਹਾਲੇਲੂਇਆ। ਸਰਵ ਸ਼ਕਤੀਮਾਨ ਜੀਵਨ ਦੇ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦਾ ਪਿਤਾ ਜੀ ਸੁਬਾਹ ਵਾਸਤੇ ਜੋ ਤੂੰ ਆਪਣੇ ਬੱਚਿਆਂ ਦੀ ਜ਼ਿੰਦਗੀ ਵਿੱਚ ਲੈ ਕੇ ਆਇਆ ਪਿਤਾ ਪਰਮੇਸ਼ਰ। ਅਸੀਂ ਆਪਣੇ ਦਿਨ ਦਾ ਸਾਰਾ ਸਮਾਂ ਪਿਤਾ ਪਰਮੇਸ਼ਰ ਤੁਹਾਡੇ ਹਜ਼ੂਰੀ ਦੇ ਵਿੱਚ ਪਿਤਾ ਤੁਹਾਡਾ ਧੰਨਵਾਦ ਕਰਦੇ ਹੋਏ ਪਿਤਾ ਤੁਹਾਡੇ ਨਾਂ ਦੀ ਜੈਕਾਰ ਕਰਦੇ ਪਿਤਾ ਅਸੀਂ ਤੁਹਾਡੇ ਨਾਲ ਹੀ ਬਤੀਤ ਕਰੀਏ ਪਿਤਾ ਪਰਮੇਸ਼ਰ, ਕਿਉਂਕਿ ਤੁਸੀਂ ਆਪਣੇ ਵਚਨ ਦੇ ਵਿੱਚ ਕਿਹਾ ਮੈਂ ਤੁਹਾਨੂੰ ਕਦੇ ਨਹੀਂ ਛੱਡਾਂਗਾ। ਮਹਾਨ ਪਿਤਾ ਪਰਮੇਸ਼ਰ, ਅੱਜ ਅਸੀਂ ਇਸ ਸਿੰਘ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ, ਤੇ ਬਹੁਤ ਸਾਰੀਆਂ ਇਹੋ ਜਿਹੀਆਂ ਰੁੱਖਾਂ ਪਿਤਾ ਪਰਮੇਸ਼ਰ ਜੋ ਅੱਜ ਦੇ ਦਿਨ ਨੂੰ ਪਿਤਾ ਨਹੀਂ ਦੇ ਸਕੇ ਪਿਤਾ, ਪਰ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਪਿਤਾ ਕਿ ਤੂੰ ਆਪਣੇ ਬੱਚਿਆਂ ਨੂੰ ਜਿੰਦਾ ਜਿਉਂਦਾ ਦੀ ਧਰਤੀ ਉੱਤੇ ਰੱਖਿਆ ਪਿਤਾ, ਤਾਂ ਜੋ ਤੁਹਾਡੇ ਨਾਮ ਦੀ ਮਹਿਮਾ ਤੁਹਾਡੇ ਨਾਂ ਦੀ ਜੈਕਾਰ ਕਰ ਸਕੇ। ਮੇਰੇ ਮਹਾਨ ਪਿਤਾ ਪਰਮੇਸ਼ਰ ਧੰਨਵਾਦ ਕਰਦਾ ਪਿਤਾ ਪਰਮੇਸ਼ਰ ਕਿ ਤੁਸੀਂ ਪਿਤਾ ਸਾਡੇ ਪਾਪਾਂ ਦੀ ਖਾਤਰ, ਸਾਡੇ ਅਪਰਾਧਾਂ ਦੀ ਖਾਤਰ ਪਿਤਾ ਅੱਜ ਕਰੂਸ ਤੇ ਆਪਣੇ ਜਾਨ ਦੇ ਦਿੱਤੀ ਪਿਤਾ ਪਰਮੇਸ਼ਰ। ਔਰ ਅੱਜ ਦਾ ਦਿਨ ਸਾਡੀ ਜ਼ਿੰਦਗੀ ਲਈ ਪਿਤਾ ਪਰਮੇਸ਼ਰ ਇੱਕ ਮਹਾਨ ਦਿਨ ਬਣ ਗਿਆ ਪਿਤਾ, ਕਿ ਤੁਹਾਡੀ ਜਾਨ ਦੇਣ ਦੇ ਨਾਲ ਪਿਤਾ ਪਰਮੇਸ਼ਰ, ਤੁਹਾਡੇ ਕੋੜੇ ਖਾਣ ਦੇ ਨਾਲ ਪਿਤਾ ਪਰਮੇਸ਼ਰ, ਤੁਹਾਡੇ ਸਿਰ ਤੇ ਕੰਧਿਆਂ ਦਾ ਤਾਜ ਰੱਖ ਦੇਣ ਦੇ ਦੁਆਰਾ ਪਿਤਾ ਪਰਮੇਸ਼ਰ ਅਸੀਂ ਪਾਪਾਂ ਤੋਂ, ਬਿਮਾਰੀਆਂ, ਉਲਝਣਾਂ, ਪਰੇਸ਼ਾਨੀਆਂ ਤੋਂ ਆਜ਼ਾਦ ਹੋਏ ਆ ਪਿਤਾ ਪਰਮੇਸ਼ਰ, ਕਿਉਂਕਿ ਤੁਸੀਂ ਆਪਣੇ ਵਚਨ ਦੇ ਵਿੱਚ ਕਿਹਾ ਆ ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ ਪਿਤਾ ਪਰਮੇਸ਼ਰ। ਤੁਹਾਡੀ ਅਸੂਲੀ ਦੇ ਵਿੱਚੋਂ ਪਿਤਾ ਪਰਮੇਸ਼ਰ ਹਰ ਇੱਕ ਇਨਸਾਨ ਦੀ ਸ਼ਿਫਾ ਮੰਗਦੇ ਆ ਪਿਤਾ ਪਰਮੇਸ਼ਰ, ਜਿੰਨੇ ਤੁਹਾਡੇ ਵਚਨਾਂ ਨੂੰ ਪਿਤਾ ਪਰਮੇਸ਼ਰ ਸੁਣੀ ਆ ਪਿਤਾ, ਉਹ ਤੁਹਾਡੇ ਵਚਨਾਂ ਦੇ ਦੁਆਰਾ ਪਿਤਾ ਤੁਹਾਡੀ ਸਾਮਰਥ ਦੇ ਨਾਲ ਭਰ ਜਾਣ ਪਿਤਾ ਪਰਮੇਸ਼ਰ। ਔਰ ਅੱਜ ਦਾ ਦਿਨ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਦੁੱਖ ਭਰਿਆ ਦਿਨ ਨਹੀਂ, ਬਲਕਿ ਇੱਕ ਖੁਸ਼ੀ ਦਾ ਦਿਨ ਬਣ ਜਾਵੇ ਪਿਤਾ ਪਰਮੇਸ਼ਰ, ਕਿਉਂਕਿ ਪਿਤਾ ਤੁਸੀਂ ਸਾਡੇ ਅਪਰਾਧਾਂ ਲਈ ਘਾਇਲ ਕੀਤੇ ਗਏ ਪਿਤਾ ਪਰਮੇਸ਼ਰ,
ਤੁਹਾਡੇ ਮਾਰ ਖਾਣ ਦੇ ਨਾਲ ਪਿਤਾ ਪਰਮੇਸ਼ਵਰ ਅਸੀਂ ਨਿਰੇ ਹੋਏ ਹਾਂ ਮੇਰੇ ਯਹੋਵਾ ਪਰਮੇਸ਼ਵਰ। ਅਸੀਂ ਬਿਮਾਰੀਆਂ ਤੋਂ ਆਜ਼ਾਦ ਹੋਏ ਹਾਂ ਪਿਤਾ ਪਰਮੇਸ਼ਵਰ। ਤੁਸੀਂ ਸਾਡੇ ਪਾਪਾਂ ਲਈ ਪਿਤਾ ਪਰਮੇਸ਼ਵਰ ਬਹੁਤ ਮਾਰ ਖਾਧੀ ਪਿਤਾ ਜੀ, ਬਹੁਤ ਪਰੇਸ਼ਾਨੀਆਂ, ਬਹੁਤ ਸਮੱਸਿਆਵਾਂ ਦੇ ਵਿੱਚ ਪਏ ਪਿਤਾ ਪਰਮੇਸ਼ਵਰ। ਤੁਸੀਂ ਮਹਾਨ ਹੋ ਪਿਤਾ ਪਰਮੇਸ਼ਵਰ। ਸਾਡੇ ਪਾਪੀਆਂ ਲਈ ਪਿਤਾ ਆਪਣਾ ਪਵਿੱਤਰ ਲਹੂ ਵਹਾ ਦਿੱਤਾ ਪਿਤਾ। ਸਾਡੇ ਅਪਰਾਧਾਂ ਨੂੰ, ਸਾਡੇ ਪਾਪਾਂ ਨੂੰ, ਸਾਡੇ ਗੁਨਾਹਾਂ ਨੂੰ ਪਿਤਾ ਤੁਸੀਂ ਆਪਣੇ ਉੱਤੇ ਲੈ ਲਿਆ ਪਿਤਾ। ਤੁਹਾਡਾ ਧੰਨਵਾਦ ਹੋਵੇ ਪਿਤਾ। ਤੁਹਾਡੇ ਨਾਮ ਦੀ ਮਹਿਮਾ ਹੋਵੇ ਪਿਤਾ ਪਰਮੇਸ਼ਵਰ। ਅੱਜ ਜਿੰਨੇ ਤੁਹਾਡੇ ਬੱਚੇ ਬੱਚੀਆਂ ਪਿਤਾ ਅੱਜ ਦੇ ਸੰਦੇਸ਼ ਨੂੰ, ਅੱਜ ਦੇ ਵਚਨ ਨੂੰ ਸੁਣ ਪਿਤਾ ਪਰਮੇਸ਼ਵਰ, ਤੁਹਾਡੀ ਸਾਮਰਥ ਨਾਲ ਭਰ ਜਾਣ ਪਿਤਾ ਔਰ ਤੁਹਾਡੇ ਲਹੂ ਦੇ ਦੁਆਰਾ ਪਿਤਾ ਪਰਮੇਸ਼ਵਰ ਸਾਡੇ ਸੱਚ ਚੰਗੇ ਹੋ ਜਾਣ ਪਿਤਾ ਪਰਮੇਸ਼ਵਰ। ਹਰ ਪ੍ਰਕਾਰ ਦੀਆਂ ਉਲਝਣਾਂ, ਪਰੇਸ਼ਾਨੀਆਂ, ਸਮੱਸਿਆਵਾਂ, ਬਿਮਾਰੀਆਂ ਪਿਤਾ ਜੀ ਤੁਹਾਡੇ ਸਾਮਰਥੀ ਨਾਂ ਦੇ ਵਿੱਚ ਇਹਨਾਂ ਤੁਹਾਡੇ ਵਚਨਾਂ ਦੇ ਦੁਆਰਾ ਦਫਾ ਹੋ ਜਾਣ ਇਹਨਾਂ ਜ਼ਿੰਦਗੀਆਂ ਦੇ ਵਿੱਚੋਂ ਪਿਤਾ। ਇਹ ਜ਼ਿੰਦਗੀਆਂ ਪਿਤਾ ਪਰਮੇਸ਼ਵਰ, ਇਹ ਤੁਹਾਡੇ ਬੱਚੇ ਬੱਚੀਆਂ ਪਿਤਾ ਜੋ ਤੁਹਾਡੇ ਵਚਨਾਂ ਨੂੰ ਸੁਣ ਰਹੇ ਪਿਤਾ ਪਰਮੇਸ਼ਵਰ, ਤੁਹਾਡੀ ਸਾਮਰਥ ਨਾਲ ਪਾਲ ਜਾਣ ਪਿਤਾ। ਇਹਨਾਂ ਦਾ ਜੀਵਨ ਪਿਤਾ ਪਰਮੇਸ਼ਵਰ ਤੁਹਾਡੇ ਸਾਮਰਥੀ ਨਾਲ ਚ ਬਦਲ ਜਾਵੇ ਪਿਤਾ ਔਰ ਤੁਹਾਨੂੰ ਜਾਣ ਲੈਣ ਪਿਤਾ ਕਿ ਤੂੰ ਹੀ ਸਾਡਾ ਸੱਚਾ ਤੇ ਜਿਉਂਦਾ ਪਰਮੇਸ਼ਵਰ ਆ ਪ੍ਰਭੂ। ਦਇਆ ਕਰਨਾ, ਰਹਿਮ ਕਰਨਾ, ਤੁਹਾਡਾ ਸਾਮਰਥੀ ਨਾਲ ਲੈ ਕੇ ਮੰਗਦੇ ਆ। ਆਮੀਨ।